ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ। ਅੱਜ ਦਾ ਸਾਡਾ ਟੌਪਿਕ ਹੈ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਤੰਬਰ ਟੈਸਟ ਲਈ ਸੈਂਪਲ ਪੇਪਰ ਪੰਜਾਬੀ ਏ। ਇੱਥੇ ਮੈਂ ਸਾਰੇ ਵਿਦਿਆਰਥੀਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹ ਸਿਰਫ ਸੈਂਪਲ ਪੇਪਰ ਹੈ। ਇਸ ਨੂੰ ਦੇਖ ਕੇ ਤੁਸੀਂ ਪੰਜਾਬੀ ਦੇ ਪੇਪਰ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਦੇ ਹੋ। ਨਮੂਨੇ ਦਾ ਪ੍ਰਸ਼ਨ ਪੱਤਰ ਸ਼੍ਰੇਣੀ 10ਵੀਂ ਪੇਪਰ ਪੰਜਾਬੀ ਏ। ਲਿਖਤੀ ਪ੍ਰੀਖਿਆ ਦੇ ਅੰਕ ਹੋਣਗੇ ਤੁਹਾਡੇ 65। ਆਂਤਰਿਕ ਮੁਲਾਂਕਣ 10। ਆਂਤਰਿਕ ਮਤਲਬ ਅਸੈਸਮੈਂਟ ਤੁਹਾਡੀ ਹੋਊਗੀ 10 ਨੰਬਰ ਦੀ। ਕੁੱਲ ਅੰਕ ਕਿੰਨੇ ਬਣ ਗਏ 75। ਫਸਟ ਕੁਐਸਚਨ ਸੁੰਦਰ ਲਿਖਾਈ ਲਈ ਨਿਰਧਾਰਿਤ ਕੀਤੇ ਗਏ 5 ਅੰਕ। 5 ਅੰਕ ਤੁਹਾਨੂੰ ਸੁੰਦਰ ਲਿਖਾਈ ਦੇ ਮਿਲਣਗੇ। ਇਸ ਲਈ ਮੈਂ ਇੱਥੇ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣਾ ਪੇਪਰ ਬਹੁਤ ਸੋਹਣੇ ਢੰਗ ਨਾਲ ਲਿਖਣਾ ਹੈ। ਸੈਕਿੰਡ ਕੁਐਸਚਨ ਵਸਤੂਨਿਸ਼ਟ ਪ੍ਰਸ਼ਨ। ਇਹ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ 10 ਨੰਬਰ ਦੇ ਆਉਣਗੇ। 10 ਕੁਐਸਚਨ 10 ਨੰਬਰ ਦੇ। ਇੱਕ ਇੱਕ ਕੁਐਸਚਨ ਇੱਕ ਇੱਕ ਨੰਬਰ ਦਾ ਹੋਵੇਗਾ। ਫਸਟ ਕੁਐਸਚਨ ਸੋ ਕੋ ਮੰਦਾ ਆਖੀਏ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ? ਉੱਤਰ ਇਸਤਰੀ ਦੀ। ਅਗਲਾ ਕੁਐਸਚਨ ਬਾਬਾ ਫਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ? ਉੱਤਰ ਰੱਬ ਦਾ ਨਾਮ। ਥਰਡ ਕੁਐਸਚਨ ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ? ਉੱਤਰ ਸਰਬੱਤ ਦੇ ਭਲੇ ਦੀ। ਨੈਕਸਟ ਕੁਐਸਚਨ ਲੇਖਕ ਅਨੁਸਾਰ ਜਵਾਨੀ ਤੇ ਬੁਢਾਪੇ ਨਾਲੋਂ ਕੀਮਤੀ ਸਮਾਂ ਕਿਹੜਾ ਹੈ? ਉੱਤਰ ਬਚਪਨ। ਨੈਕਸਟ ਕੁਐਸਚਨ ਰਘੁਬੀਰ ਢੰਡ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ? ਉੱਤਰ ਮੜੀਆਂ ਤੋਂ ਦੂਰ। ਨੈਕਸਟ ਕੁਐਸਚਨ ਅੰਗ ਸੰਗ ਕਹਾਣੀ ਦੀਆਂ ਘਟਨਾਵਾਂ ਕਿਹੋ ਜਿਹੀ ਰਾਤ ਵਿੱਚ ਵਾਪਰਦੀਆਂ ਹਨ? ਉੱਤਰ ਹਨੇਰੀ ਰਾਤ ਵਿੱਚ। ਅਗਲਾ ਕੁਐਸਚਨ ਨਾਇਕ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ? ਉੱਤਰ 3 ਰੂਪਾਂ ਵਿੱਚ। ਅਗਲਾ ਕੁਐਸਚਨ ਸਮੁੰਦਰੋਂ ਪਾਰ ਇਕਾਂਗੀ ਦੇ ਅੰਤ ਵਿੱਚ ਗੋਲੀ ਕਿਸ ਦੇ ਲੱਗਦੀ ਹੈ? ਉੱਤਰ ਸੁਖਦੇਵ ਦੇ। ਨੈਕਸਟ ਕੁਐਸਚਨ ਇੱਕ ਹੋਰ ਨਵਾਂ ਸਾਲ ਨਾਵਲ ਦੇ ਦੂਜੇ ਕਾਂਡ ਦਾ ਕੀ ਨਾਂ ਹੈ? ਉੱਤਰ ਦੁਪਹਿਰ। ਲਾਸਟ ਕੁਐਸਚਨ ਬੰਤੇ ਦੇ ਕਿੰਨੇ ਮੁੰਡੇ ਤੇ ਕੁੜੀਆਂ ਸਨ? ਉੱਤਰ 1 ਮੁੰਡਾ ਤੇ 2 ਕੁੜੀਆਂ। ਅੱਗੇ ਥਰਡ ਕੁਐਸਚਨ ਹੇਠ ਲਿਖੇ ਕਾਵਿ-ਬੰਧਾਂ ਵਿੱਚੋਂ ਕਿਸੇ ਦੋ ਦੀ ਪ੍ਰਸੰਗਸਤ ਵਿਆਖਿਆ ਕਰੋ। ਪ੍ਰਸੰਗ ਦੇ 2 ਅੰਕ ਤੇ ਵਿਆਖਿਆ ਦੇ 3 ਅੰਕ ਹਨ। ਇਹਦੇ ਵਿੱਚ ਤੁਹਾਨੂੰ 4 ਪ੍ਰਸੰਗ ਆਉਣਗੇ। ਉਹਨਾਂ ਵਿੱਚੋਂ ਤੁਸੀਂ 2 ਦੀ ਪ੍ਰਸੰਗਸਤ ਵਿਆਖਿਆ ਕਰਨੀ ਹੈ। ਪਹਿਲਾ ਦੇਖੋ ਊੜਾ ਪੰਡੋ ਹੀ ਪੰਡ ਉਪਜੇ ਪੰਡੇ ਬਾਝ ਨਾ ਕੋਈ ਨਾਨਕ ਪੰਡੇ 12 ਏਕਾ ਸਾਚਾ ਸੋਏ ਜਿਤ ਮੁਖ ਸਦਾ ਸਲਾਈਏ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ। ਇਹ ਕਾਵਿ ਟੋਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾਂ ਦੀ ਵਾਰ ਵਿੱਚੋਂ ਲਿਆ ਗਿਆ ਹੈ, ਜੋ ਕਿ ਸੋ ਕਿਉ ਮੰਦਾ ਆਖੀਏ ਸਿਰਲੇਖ ਹੇਠ ਦਰਜ ਹੈ। ਸੈਕਿੰਡ ਪੈਰਾ ਜੀ ਜੰਤ ਸਭ ਤੁਧ ਉਪਾਏ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜੀਓ। ਇਹ ਕਾਵਿ ਟੋਟਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਵਿੱਚੋਂ ਲਿਆ ਗਿਆ ਹੈ। ਅਗਰ ਤੁਸੀਂ ਇਹਨਾਂ ਦੀ ਵਿਆਖਿਆ ਦੇਖਣੀ ਚਾਹੁੰਦੇ ਹੋ ਤਾਂ ਮੈਂ ਨੀਚੇ ਡਿਸਕ੍ਰਿਪਸ਼ਨ ਵਿੱਚ ਇਹਨਾਂ ਦੋਨਾਂ ਵੀਡੀਓਜ਼ ਦੇ ਲਿੰਕ ਪਾ ਦਿੱਤੇ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ। ਉਹਨਾਂ ਤੋਂ ਤੁਸੀਂ ਇਹਨਾਂ ਦੀ ਵਿਆਖਿਆ ਦੇਖ ਸਕਦੇ ਹੋ। ਅਗਲਾ ਪੈਰਾ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਹੈ ਬਾਹਰ ਤੂੰ ਹੈ ਰੋਮ ਰੋਮ ਵਿੱਚ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਛ ਮੇਰਾ ਤੂੰ ਕਹੇ ਹੁਸੈਨ ਫਕੀਰ ਨਿਮਾਣਾ ਮੈਂ ਨਾ ਹੀ ਸਭ ਤੂੰ। ਇਹ ਕਾਵਿ ਟੋਟਾ ਸ਼ਾਹ ਹੁਸੈਨ ਦੀ ਲਿਖੀ ਹੋਈ ਕਾਫੀ ਹੈ, ਜੋ ਕਿ ਸਾਹਿਤਮਾਲਾ ਪੁਸਤਕ ਵਿੱਚ ਦਰਜ ਸਭ ਕੁਛ ਮੇਰਾ ਤੂੰ ਸਿਰਲੇਖ ਹੇਠ ਦਰਜ ਹੈ। ਇਸ ਕਾਫੀ ਵਿੱਚ ਕਵੀ ਆਪਣੀ ਹੋਂਦ ਨੂੰ ਨਕਾਰਦਾ ਹੋਇਆ ਪ੍ਰਭੂ ਦੀ ਹੋਂਦ ਦੇ ਸੱਚ ਨੂੰ ਬਿਆਨ ਕਰਦਾ ਹੈ। ਨਾ ਮੈਂ ਅੰਦਰ ਵੇਦ ਕਿਤਾਬਾਂ ਨਾ ਵਿੱਚ ਭੰਗਾਂ ਨਾ ਸ਼ਰਾਬਾਂ ਨਾ ਵਿੱਚ ਰਿੱਧਾਂ ਮਸਤਕ ਖਰਾਬਾਂ ਨਾ ਵਿੱਚ ਜਾਗਣ ਨਾ ਵਿੱਚ ਸੌਣ ਬੁੱਲਾ ਕੀ ਜਾਣਾ ਮੈਂ ਕੌਣ। ਇਹ ਕਾਵਿ ਟੋਟਾ ਸਾਹਿਤਮਾਲਾ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਦੀ ਕਾਫੀ ਬੁੱਲਾ ਕੀ ਜਾਣਾ ਮੈਂ ਕੌਣ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਬੁੱਲੇ ਸ਼ਾਹ ਨੇ ਆਤਮਾ ਦੀ ਅਸਲੀ ਤੇ ਅੰਦਰਲੀ ਮੈਂ ਨੂੰ ਪਛਾਣਨ ਦਾ ਯਤਨ ਕੀਤਾ ਹੈ। ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੀ ਕਾਫੀ ਦੀ ਵੀਡੀਓਜ਼ ਵੀ ਮੈਂ ਨੀਚੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੀਆਂ ਹਨ, ਉੱਥੋਂ ਤੁਸੀਂ ਇਹਨਾਂ ਦੀ ਵਿਆਖਿਆ ਕਰ ਸਕਦੇ ਹੋ। ਅੱਗੇ ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ। ਇਹਦੇ ਵਿੱਚ ਤੁਹਾਨੂੰ 2 ਕਵਿਤਾ ਆਉਣਗੀਆਂ, ਉਹਨਾਂ ਦੇ ਤੁਸੀਂ ਦੋਨਾਂ ਵਿੱਚੋਂ ਇੱਕ ਦਾ ਕੇਂਦਰੀ ਭਾਵ ਲਿਖਣਾ ਹੈ, ਜੋ ਕਿ 5 ਨੰਬਰ ਦਾ ਹੋਵੇਗਾ। ਮਿੱਠ ਬੋਲਡਾ ਜੀ ਹਰ ਸੱਜਣ
ਇਹ ਕਿਹਦਾ ਲਿਖਿਆ ਹੋਇਆ? ਸ਼੍ਰੀ ਗੁਰੂ ਅਰਜਨ ਦੇਵ ਜੀ ਦਾ। ਕੇਂਦਰੀ ਭਾਵ ਮਾਲਕ ਪ੍ਰਭੂ ਦਾ ਸੁਭਾਅ ਬੜਾ ਮਿੱਠਾ ਹੈ। ਉਹ ਸਾਰਿਆਂ ਵਿੱਚ ਵਸਦਾ ਹੈ ਤੇ ਸਭ ਨੂੰ ਆਤਮਿਕ ਜੀਵਨ ਦੇਣ ਵਾਲਾ ਹੈ। ਉਸ ਦਾ ਦਰਸ਼ਨ ਕਰਕੇ ਹੀ ਜੀਵ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਉਹ ਹਰ ਥਾਂ ਵਸਦਾ ਰਸਦਾ ਹੈ ਤੇ ਉਸ ਦਾ ਧਿਆਨ ਧਰ ਕੇ ਮਨੁੱਖ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਅੱਗੇ ਆਪਣਾ ਹੈਗਾ ਤੇਰਾ ਨਾਮ ਧਿਆਉਂਦਿਆਂ। ਕੇਂਦਰੀ ਭਾਵ ਫਕੀਰ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਤੇ ਨਿਰਮਾਨਤਾ ਨੂੰ ਧਾਰਨ ਕਰਕੇ ਰੱਖਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇਸ਼ਕ ਵਿੱਚ ਜਾਨ ਦੀ ਬਾਜੀ ਲਾ ਕੇ ਹੀ ਉਹ ਪਰਮਾਤਮਾ ਨੂੰ ਪਾ ਸਕਦਾ ਹੈ। ਅੱਗੇ ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ। ਇਹ ਵੀ ਤੁਹਾਨੂੰ 5 ਨੰਬਰ ਦੇ ਆਣਾ। ਪਹਿਲਾ ਸਾਰ ਹੈਗਾ ਰਬਾਬ ਮੰਗਵਾਉਣ ਦਾ ਬਿਰਤਾਂਤ, ਗਿਆਨੀ ਦਿੱਤ ਸਿੰਘ। ਦੂਸਰਾ ਹੈਗਾ ਬੋਲੀ, ਸਰਦਾਰ ਗੁਰਬਖਸ਼ ਸਿੰਘ। ਇਹਨਾਂ ਵਿੱਚੋਂ ਵੀ ਤੁਸੀਂ ਕੋਈ ਇੱਕ ਸਾਰ ਕਰਨਾ। ਇਹਨਾਂ ਦੀ ਵੀ ਸਾਰ ਦੀ ਲਿੰਕ ਡਿਸਕ੍ਰਿਪਸ਼ਨ ਵਿੱਚ ਪਈ ਹੋਵੇਗੀ, ਤੁਸੀਂ ਉਹਨਾਂ ਤੇ ਕਲਿੱਕ ਕਰਕੇ ਇਹਨਾਂ ਦੇ ਸਾਰ ਪੜ੍ਹ ਸਕਦੇ ਹੋ। ਅੱਗੇ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ ਤੇ ਲਿਖੋ। ਚਾਰਾਂ ਕੁਐਸਚਨਾਂ ਵਿੱਚੋਂ ਤੁਸੀਂ ਦੋ ਕਰਨੇ ਆ, ਜੋ ਕਿ 2-2 ਮਾਰਕਸ ਦੇ ਹੋਣਗੇ। ਫਸਟ ਕੁਐਸਚਨ, ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ? ਉੱਤਰ, ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਲਈ ਨਗਰ ਵਿੱਚ ਗਿਆ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਉਹ ਉਸ ਨੂੰ ਠੱਠਾ ਮਖੌਲ ਕਰਦੇ ਹੋਏ ਕਹਿੰਦੇ ਕਿ ਉਹ ਤਾਂ ਕੁਰਾਈਏ ਦਾ ਡੂਮ ਆਇਆ ਹੈ। ਕਈ ਉਸ ਨੂੰ ਹੋਰ ਵੀ ਬੁਰੇ ਭਲੇ ਸ਼ਬਦ ਬੋਲ ਰਹੇ ਸਨ ਤੇ ਕਈਆਂ ਨੇ ਉਸ ਉੱਤੇ ਮਿੱਟੀ ਚੁੱਕ ਕੇ ਸੁੱਟੀ। ਸੈਕੰਡ ਕੁਐਸਚਨ, ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਤੇ ਕਿਉਂ? ਉੱਤਰ, ਕਾਰਲਾਈਲ ਅਸਲ ਵਿੱਚ ਆਪਣੇ ਕਮਰੇ ਵਿੱਚ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ। ਉਸਦੀ ਪਤਨੀ ਨਾਲ ਉਸਦੇ ਕਮਰੇ ਵਿੱਚ ਵੱਖ ਬੈਠੇ ਆਏ ਗਏ ਨਾਲ ਗੁੱਸੇ ਵਿੱਚ ਬੋਲਦੀ ਰਹਿੰਦੀ। ਜਦੋਂ ਕਦੀ ਉਹ ਹੌਸਲਾ ਕਰਕੇ ਪਤੀ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿੱਚ ਕੇ ਉਸਨੂੰ ਖਾਣ ਨੂੰ ਪੈਂਦਾ ਤੇ ਅੰਦਰੋਂ ਬਾਹਰ ਕੱਢ ਦਿੰਦਾ। ਇਸਦਾ ਕਾਰਨ ਉਸਦਾ ਆਪਣੀ ਪਤਨੀ ਨੂੰ ਪਿਆਰ ਨਾ ਕਰਨਾ ਸੀ। ਜੇਕਰ ਉਹ ਉਸਨੂੰ ਪਿਆਰ ਕਰਦਾ ਤਾਂ ਉਹ ਇੰਨਾ ਸੜੂ ਤੇ ਖਿਜੂ ਨਾ ਹੁੰਦਾ। ਅਗਲਾ ਕੁਐਸਚਨ, ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ? ਉੱਤਰ, ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਬਹੁਤ ਮਹੱਤਵ ਹੈ। ਤਜਰਬੇ ਦੀ ਦੌਲਤ ਬਚਪਨ ਤੋਂ ਹੀ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਜਾਂਦੀ ਹੈ। ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ। ਸ਼ਬਦ ਇਸਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਬੋਲੀ ਤੋਂ ਬਿਨਾਂ ਇਹ ਦੌਲਤ ਵਰਤੀ ਵੀ ਨਹੀਂ ਜਾ ਸਕਦੀ। ਇਸ ਪ੍ਰਕਾਰ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਤਜਰਬਾ ਤੇ ਅਕਲ ਦੋਵੇਂ ਬੋਲੀ ਦੇ ਰਾਹੀਂ ਹੀ ਵਰਤੋਂ ਵਿੱਚ ਆਉਂਦੇ ਹਨ। ਨੈਕਸਟ ਕੁਐਸਚਨ, ਕੈਦੀ ਨੇ ਆਪਣੀ ਰਿਹਾਈ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ? ਉੱਤਰ, ਕੈਦੀ ਨੇ ਸਾਰੀ ਆਪਬੀਤੀ ਸੁਣਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਉਹਨਾਂ ਦੀ ਕਿਰਪਾ ਨਾਲ ਹੀ ਉਹ ਧਾੜਵੀ ਤੋਂ ਸਰਦਾਰ ਬਣਿਆ ਸੀ ਤੇ ਉਹਨਾਂ ਦੀ ਕੈਦ ਵਿੱਚ ਰਹਿ ਕੇ ਹੀ ਉਹ ਸੱਚੇ ਪਿਤਾ ਵਾਹਿਗੁਰੂ ਦੇ ਪ੍ਰੇਮ ਤੋਂ ਜਾਣੂ ਹੋਇਆ ਹੈ। ਹੁਣ ਉਸ ਨੂੰ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ। ਉਸਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਹੈ। ਇਸ ਕੈਦ ਤੋਂ ਉਸ ਨੂੰ ਮੁਕਤੀ ਮਿਲੀ ਹੈ। ਅੱਗੇ 7th ਨੰਬਰ, ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ। ਇਹਦੇ ਵਿੱਚ ਵੀ ਤੁਹਾਨੂੰ 2 ਸਾਰ ਆਉਣਗੇ, ਜਿਨ੍ਹਾਂ ਵਿੱਚੋਂ ਤੁਸੀਂ ਇੱਕ ਸਾਰ ਕਰਨਾ, ਜੋ ਕਿ 5 ਨੰਬਰ ਦਾ ਹੋਵੇਗਾ। ਕਹਾਣੀ ਅੰਗ ਸੰਗ ਤੇ ਦੂਸਰੀ ਕਹਾਣੀ ਮੜੀਆਂ ਤੋਂ ਦੂਰ। ਇਹਨਾਂ ਦੋਨਾਂ ਕਹਾਣੀਆਂ ਦੇ ਸਾਰ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੇ ਹਨ, ਤੁਸੀਂ ਉਹਨਾਂ ਤੋਂ ਇਹਨਾਂ ਕਹਾਣੀਆਂ ਦੇ ਸਾਰ ਪੜ੍ਹ ਸਕਦੇ ਹੋ। ਅੱਗੇ ਕੁਐਸਚਨਸ, ਕਹਾਣੀਆਂ ਦੇ ਆਧਾਰ ਤੇ ਪੁੱਛੇ ਗਏ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ 2 ਦੇ ਉੱਤਰ ਲਿਖੋ। ਇਹਨਾਂ ਵਿੱਚੋਂ ਤੁਸੀਂ 4 ਕੁਐਸਚਨਾਂ ਵਿੱਚੋਂ ਕੋਈ 2 ਕਰਨੇ ਹਨ। ਲੇਖਕ ਕੁਲਫੀ ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਉੱਤਰ, ਲੇਖਕ ਇਸ ਕਹਾਣੀ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਕੀਰਤੀ, ਜੋ ਕਿ ਹਰ ਸਮੇਂ ਆਰਥਿਕ ਮੁਸ਼ਕਲਾਂ ਵਿੱਚ ਘਿਰਿਆ ਰਹਿੰਦਾ ਹੈ, ਉਸ ਦੀਆਂ ਮੁਸ਼ਕਲਾਂ ਦਾ ਹੱਲ ਸਰਮਾਏਦਾਰ ਕੋਲੋਂ ਧਨ ਤੇ ਜਾਇਦਾਦ ਖੋਹ ਲੈਣ ਨਾਲ ਨਹੀਂ ਹੋ ਸਕਦਾ। ਜਿਸ ਤਰ੍ਹਾਂ ਕਹਾਣੀਕਾਰ ਦਾ ਪੁੱਤਰ ਸ਼ਾਹਾਂ ਦੇ ਬੁਲੀ ਮੁੰਡੇ ਨੂੰ ਧੱਕਾ ਮਾਰ ਕੇ ਉਸ ਪਾਸੋਂ ਕੁਲਫੀ ਖੋਹਣ ਦਾ ਯਤਨ ਕਰਦਾ ਹੈ, ਪਰ ਕਹਾਣੀਕਾਰ ਮਾਸੂਮ ਬੱਚੇ ਵਿੱਚ ਸਵੈਮਾਨ ਤੇ ਵਿਦਰੋਹ ਦੀ ਭਾਵਨਾ ਦਿਖਾ ਕੇ ਭਵਿੱਖ ਵਿੱਚ ਜਾਗ ਰਹੇ ਲੋਕ ਯੁੱਧ ਦਾ ਦ੍ਰਿਸ਼ ਸਾਕਾਰ ਕਰਦਾ ਹੈ। ਇਸ ਤਰ੍ਹਾਂ ਇਸ ਕਹਾਣੀ ਦਾ ਸੰਦੇਸ਼ ਅਗਾਂਹ-ਵਧੂ ਤੇ ਕ੍ਰਾਂਤੀਕਾਰੀ ਭਾਵਨਾ ਵਾਲਾ ਹੈ। ਅਗਲਾ ਕੁਐਸਚਨ, ਕਰਤਾਰ ਸਿੰਘ ਦੇ ਛੋਟੀ ਉਮਰੇ ਹੀ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ? ਉੱਤਰ, ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆ ਤੋਂ ਤੁਰ ਜਾਣ ਦੇ ਉਸਦਾ ਕਾਰਨ ਸਭ ਤੋਂ ਪਹਿਲਾਂ ਉਸਦੇ ਵੈਲ ਸਨ। ਪਹਿਲਾਂ ਉਹ ਸ਼ਰਾਬ ਪੀਂਦਾ ਤੇ ਫਿਰ ਅਫੀਮ ਤੇ ਫਿਰ ਨਸ਼ੇ ਦੀਆਂ ਗੋਲੀਆਂ ਖਾਣ ਲੱਗਾ। ਉਹ ਨਸਵਾਰ ਤੇ ਬੀੜਾ ਜਿਹਾ ਵੀ ਲੈਂਦਾ ਸੀ। ਇਸੇ ਕਰਕੇ ਉਸ ਦੀ ਮੌਤ ਤੇ ਅਫਸੋਸ ਕਰਨ ਆਏ ਲੋਕ ਕਹਿੰਦੇ ਸਨ ਕਿ ਉਸ ਨੂੰ ਉਸਦੇ ਵੈਲ ਲੈ ਬੈਠੇ, ਭਾਵ ਕਿ ਨਸ਼ਾ ਹੀ ਉਸਦੀ ਮੌਤ ਦਾ ਕਾਰਨ ਬਣ ਗਿਆ। ਬਲਵੰਤ ਰਾਏ ਦਾ ਸੁਭਾਅ ਕਿਹੋ ਜਿਹਾ ਸੀ?
ਬਲਵੰਤ ਰਾਏ ਮੜੀਆਂ ਤੋਂ ਦੂਰ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ। ਉਹ ਪਿਛਲੇ 25 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ। ਉਸ ਦੀ ਪਤਨੀ ਦਾ ਨਾਂ ਬਿੰਦੂ ਹੈ। ਉਸ ਦੀ ਪਤਨੀ ਤੋਂ ਬਿਨਾਂ ਉਸ ਦੀਆਂ 2 ਧੀਆਂ ਤੇ ਇੱਕ ਪੁੱਤਰ ਹੈ। ਉਹ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਜਾਂਦਾ ਹੈ। ਉਹ ਤੇ ਉਸ ਦੀ ਪਤਨੀ ਦੁਕਾਨਾਂ ਚਲਾਉਂਦੇ ਹਨ। ਉਹ ਮਾਂ ਨੂੰ ਪਿਆਰ ਕਰਨ ਵਾਲਾ ਸੱਚਾ, ਸਪਸ਼ਟ, ਬੱਚਿਆਂ ਸਾਹਮਣੇ ਬੇਵਸ ਤੇ ਕੰਮ ਵਿੱਚ ਫਸਿਆ ਰਹਿਣ ਵਾਲਾ ਵਿਅਕਤੀ ਹੈ। ਉਹ ਇੰਗਲੈਂਡ ਵਿੱਚ ਉਸ ਵੱਲ ਪੂਰੀ ਧਿਆਨ ਦੇਣ ਤੋਂ ਅਸਮਰਥ ਹੈ, ਜਿਸ ਦੇ ਸਿੱਟੇ ਵਜੋਂ ਪੂਰੀ ਤਰ੍ਹਾਂ ਨਿਰਾਸ਼ ਹੋ ਜਾਂਦੀ ਹੈ। ਆਪਣੇ ਰੁਝੇਵੇਂ ਬਾਰੇ ਉਸਨੇ ਆਪਣੀ ਮਾਂ ਨੂੰ ਪਹਿਲਾਂ ਹੀ ਸਪਸ਼ਟ ਰੂਪ ਵਿੱਚ ਦੱਸ ਦਿੱਤਾ ਸੀ ਕਿ ਉਸਨੇ ਆਪਣਾ ਦਿਲ ਆਪ ਹੀ ਲਾਉਣਾ ਹੈ। ਅਗਲਾ ਕੁਐਸਚਨ, ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਸੀ? ਉੱਤਰ, ਮਾਸੀ ਮੜੀਆਂ ਤੋਂ ਦੂਰ ਕਹਾਣੀ ਦੀ ਮੁੱਖ ਪਾਤਰ ਹੈ। ਉਹ ਸ਼ਕਲ ਸੂਰਤ ਦੀ ਖੂਬਸੂਰਤ ਹੋਣ ਤੋਂ ਇਲਾਵਾ ਮਿਲਣਸਾਰ, ਮਿੱਠੀ ਤੇ ਮੋਹ ਲੈਣ ਵਾਲੀ ਸ਼ਖਸੀਅਤ ਦੀ ਮਾਲਕ ਹੈ। ਆਪਣੀ ਘੁੰਮਣ ਫਿਰਨ ਦੀ ਇੱਛਾ ਪੂਰੀ ਕਰਨ ਲਈ ਉਹ ਨਿਹੋਰਿਆਂ ਤੇ ਗਿਲਿਆਂ ਤੋਂ ਕੰਮ ਲੈਂਦੀ ਹੈ। ਭਾਵੁਕ ਹੋਣ ਕਰਕੇ ਉਹ ਇੰਗਲੈਂਡ ਦੀ ਪਦਾਰਥਕ ਖੁਸ਼ਹਾਲੀ, ਸੁੰਦਰਤਾ, ਸੁੱਖ ਸਹੂਲਤਾਂ ਤੇ ਮੌਸਮ ਨੂੰ ਦੇਖ ਕੇ ਇੰਨੀ ਮੋਹਿਤ ਹੋ ਜਾਂਦੀ ਹੈ ਕਿ ਇੰਗਲੈਂਡ ਦੀਆਂ ਸਿਫਤਾਂ ਤੇ ਇੰਡੀਆ ਦੀ ਨਿੰਦਿਆ ਕਰਦੀ ਹੈ। ਉਹ ਸਹੀ ਅਰਥਾਂ ਵਿੱਚ ਧਾਰਮਿਕ, ਸੇਵਾ ਭਾਵ ਵਾਲੀ, ਭਜਨ ਗਾ ਕੇ ਧੂੜਾ ਪੱਟਣ ਵਾਲੀ, ਅੰਧ ਵਿਸ਼ਵਾਸੀ, ਸਫਾਈ ਪਸੰਦ, ਖਾਣ ਪੀਣ ਦੀ ਸ਼ੌਕੀਨ, ਸ਼ਾਕਾਹਾਰੀ ਤੇ ਪਿਆਰ ਦੀ ਭੁੱਖੀ ਹੈ। ਉਹ ਇਕੱਲਤਾ ਭਰੇ ਜੀਵਨ ਅਤੇ ਓਪਰੇ ਸੱਭਿਆਚਾਰ ਕਾਰਨ ਘੋਰ ਨਿਰਾਸ਼ਾ ਦੀ ਸ਼ਿਕਾਰ ਦੁਖਾਂਤਕ ਤੇ ਵਿਅੰਗਾਤਮਕ ਪਾਤਰ ਹੈ। ਅੱਗੇ 9th ਨੰਬਰ, ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਰਿੱਤਰ ਲਗਭਗ 125 ਸ਼ਬਦਾਂ ਵਿੱਚ ਲਿਖੋ। ਊੜਾ, ਵੀਰਾਂ ਵਾਲੀ ਇਕਾਂਗੀ ਬੰਬ ਕੇਸ। ਵੀਰਾਂ ਵਾਲੀ ਦਾ ਪਾਤਰ ਚਰਿੱਤਰ ਲਿਖਣ ਲਈ ਸਭ ਤੋਂ ਪਹਿਲਾਂ ਤੁਸੀਂ ਉਸਦੀ ਜਾਣ ਪਹਿਚਾਣ ਲਿਖੋਗੇ। ਇਸ ਵਿੱਚ ਵੀਰਾਂ ਵਾਲੀ ਬੰਬ ਕੇਸ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਸਦੇ 3 ਪੁੱਤਰ ਹਨ। ਉਹਨਾਂ ਵਿੱਚੋਂ ਇੱਕ ਵਜ਼ੀਰਾ ਹੈ ਜੋ ਕਿ ਇਕਾਂਗੀ ਦਾ ਮੁੱਖ ਪਾਤਰ ਹੈ। ਦੀਪੋ ਉਸਦੀ ਧੀ ਹੈ। ਇਕਾਂਗੀਕਾਰ ਨੇ ਉਸਦੀ ਇੱਕ ਮਾਂ ਦੇ ਰੂਪ ਵਿੱਚ ਸਫਲਤਾ ਸਹਿਤ ਪਾਤਰ ਉਸਾਰੀ ਕੀਤੀ ਹੈ। ਉਹ ਇੱਕ ਦੁਖੀ ਇਸਤਰੀ ਹੈ। ਉਸਦੇ ਚਰਿੱਤਰ ਦੇ ਗੁਣ ਹੇਠ ਲਿਖੇ ਹਨ। ਨੰਬਰ 1, ਪੁੱਤਰ ਪਿਆਰ ਕਰਨ ਵਾਲੀ। ਇਹਦਾ ਪੁਆਇੰਟ ਬਣਾਉਣਾ ਤੁਸੀਂ ਅੱਗੇ। ਧੀ ਦੇ ਵਿਆਹ ਦਾ ਫਿਕਰ ਕਰਨ ਵਾਲੀ। ਪੁੱਤਰ ਦੇ ਮੁਕਾਬਲੇ ਧੀ ਨਾਲ ਵਿਤਕਰਾ ਰੱਖਣ ਵਾਲੀ, ਹੌਸਲਾ ਰੱਖਣ ਵਾਲੀ, ਭੋਲੀ ਭਾਲੀ, ਹਾਸ ਰਸ ਪੈਦਾ ਕਰਨ ਵਾਲੀ ਤੇ ਇੱਕ ਦੁਖੀ ਇਸਤਰੀ। ਅੱਗੇ ਆੜਾ, ਪੁੱਤਰ ਦਾ ਪਾਤਰ ਚਰਿੱਤਰਨ। ਇਕਾਂਗੀ ਨਾਇਕ। ਇਹਦੇ ਵਿੱਚ ਵੀ ਪਹਿਲਾਂ ਆਪਾਂ ਜਾਣ ਪਹਿਚਾਣ ਲਿਖਾਂਗੇ। ਪੁੱਤਰ ਨਾਇਕ ਇਕਾਂਗੀ ਦਾ ਮੁੱਖ ਪਾਤਰ ਹੈ। ਉਸਦਾ ਨਾਮ ਸੁਖਦੇਵ ਸਿੰਘ ਹੈ। ਉਹ ਇਕਾਂਗੀ ਵਿਚਲੇ ਪਿਤਾ ਦਾ ਪੁੱਤਰ ਹੈ। ਉਸਨੇ ਮੈਟ੍ਰਿਕ ਜ਼ਿਲ੍ਹੇ ਵਿੱਚੋਂ, BA ਕਾਲਜ ਵਿੱਚੋਂ ਤੇ MA ਕਾਲਜ ਵਿੱਚ ਫਸਟ ਰਹਿ ਕੇ ਪਾਸ ਕੀਤੀ ਹੈ ਤੇ ਹੁਣ ਉਹ ਨੌਕਰੀ ਲੱਭ ਰਿਹਾ ਹੈ। ਇਕਾਂਗੀਕਾਰ ਨੇ ਇਕਾਂਗੀ ਵਿੱਚ ਉਸਦੇ ਪਾਤਰ ਰਾਹੀਂ ਨਵੀਂ ਪੀੜ੍ਹੀ ਦੀ ਉਸਦੇ ਪਿਤਾ ਅਰਥਾਤ ਪੁਰਾਣੀ ਪੀੜ੍ਹੀ ਨਾਲ ਟਕਰਾਅ ਨੂੰ ਪੇਸ਼ ਕੀਤਾ ਹੈ। ਇਸਦੇ ਚਰਿੱਤਰ ਦੇ ਗੁਣ। ਨਵੀਂ ਪੀੜ੍ਹੀ ਦਾ ਪ੍ਰਤੀਨਿਧ, ਜਿਉਣ ਦੇ ਸੰਘਰਸ਼ ਵਿੱਚ ਫਸਿਆ ਹੋਇਆ, ਦੇਸ਼ ਭਗਤੀ ਦੀ ਤਾਂ ਹਕੀਕਤ ਦੀ ਪਛਾਣ ਕਰਨ ਵਾਲਾ, ਦਲੇਰ, ਪਿਤਾ ਨੂੰ ਪਿਆਰ ਕਰਨ ਵਾਲਾ, ਵਿਦਰੋਹੀ ਵਿਚਾਰਾਂ ਵਾਲਾ, ਨਿਰਾਸ਼ ਨਾ ਹੋਣ ਵਾਲਾ, ਸੁਲਝਿਆ ਹੋਇਆ, ਦਲੇਰ, ਸੱਚਾ ਤੇ ਖਰੀਆਂ ਖਰੀਆਂ ਗੱਲਾਂ ਕਹਿਣ ਵਾਲਾ, ਦਲੀਲ ਨਾਲ ਅਕਾਟਵੀਂ ਗੱਲ ਕਰਨ ਵਾਲਾ, ਹਾਜ਼ਰ ਜਵਾਬ, ਭ੍ਰਿਸ਼ਟਾਚਾਰ ਤੋਂ ਦੂਰ ਅਤੇ ਆਪਣੇ ਪੈਰਾਂ ਉੱਤੇ ਖੜਾ ਹੋਣ ਦਾ ਚਾਹਵਾਨ ਸੀ। ਅੱਗੇ 10 ਨੰਬਰ, ਹੇਠ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਦਿਓ। ਇਹ ਤੁਹਾਨੂੰ 3 ਕੁਐਸਚਨ ਪੁੱਛੇ ਜਾਣਗੇ ਵਾਰਤਾਲਾਪ 'ਚੋਂ। ਤਿੰਨਾਂ ਦੇ ਤੁਸੀਂ ਆਨਸਰ ਦੇਣੇ ਨੇ ਔਰ ਤਿੰਨੇ 1-1 ਨੰਬਰ ਦੇ ਹੋਣਗੇ। ਇਹ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ, ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ। ਪ੍ਰਸ਼ਨ, ਇਹ ਸ਼ਬਦ ਕਿਹੜੀ ਇਕਾਂਗੀ ਵਿੱਚੋਂ ਹਨ? ਉੱਤਰ, ਨਾਇਕ। ਇਸ ਇਕਾਂਗੀ ਦੇ ਲੇਖਕ ਕੌਣ ਹਨ? ਉੱਤਰ, ਗੁਰਸ਼ਰਨ ਸਿੰਘ। ਤੀਸਰਾ, ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਇਹ ਸ਼ਬਦ ਪਿਤਾ ਨੇ ਪੁੱਤਰ ਨੂੰ ਕਹੇ। ਅੱਗੇ, ਤੇਰੇ ਬਗੈਰ ਉਹ ਜੀ ਨਹੀਂ ਸਕਦੇ, ਉਹਨਾਂ ਦੇ ਨਾਲ ਤੂੰ ਜਾ ਨਹੀਂ ਸਕਦਾ। ਮਸਲਾ ਨਿਹਾਇਤ ਗੁੰਝਲਦਾਰ ਹੈ। ਪ੍ਰਸ਼ਨ, ਉਪਰੋਕਤ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ? ਉੱਤਰ, ਸਮੁੰਦਰੋਂ ਪਾਰ। ਇਹ ਇਕਾਂਗੀ ਕਿਸ ਦੀ ਰਚਨਾ ਹੈ? ਕਪੂਰ ਸਿੰਘ ਘੁੰਮਣ। ਇਹ ਸ਼ਬਦ ਕਿਸਨੇ ਕਿਸ ਨੂੰ ਕਦੋਂ ਕਹੇ? ਉੱਤਰ, ਇਹ ਸ਼ਬਦ ਬਲਵੰਤ ਢਿੱਲੋਂ ਨੇ ਹਰਦੇਵ ਬਾਜਵੇ ਨੂੰ ਉਦੋਂ ਕਹੇ ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਭਾਰਤ ਵਿਚਲੀ ਪਤਨੀ ਸ਼ਰਨਜੀਤ ਆਪਣੇ ਦਿਓਰ ਸੁਖਦੇਵ ਨਾਲ ਆਪਣੇ ਪੁੱਤਰ ਨੀਟੂ ਸਮੇਤ ਆਈ ਹੈ ਤੇ ਇਹ ਜਾਣ ਕੇ ਉਹ ਕਹਿੰਦਾ ਹੈ ਕਿ ਇਹਨਾਂ ਲੋਕਾਂ ਨੇ ਉਸਨੂੰ ਜਿਉਣ ਨਹੀਂ ਦੇਣਾ। ਅਗਰ 11ਵਾਂ ਨੰਬਰ, ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਰਿੱਤਰ ਲਗਭਗ 150 ਸ਼ਬਦਾਂ ਵਿੱਚ ਲਿਖੋ। ਇਹ ਤੁਹਾਨੂੰ ਬਿਠਾਉਣਾ 6 ਨੰਬਰ ਦਾ। ਸਭ ਤੋਂ ਪਹਿਲਾਂ ਆਪਾਂ ਬੰਤੇ ਦੇ ਪਾਤਰ ਬਾਰੇ ਲਿਖਾਂਗੇ। ਪਹਿਲਾਂ ਜਾਣ ਪਹਿਚਾਣ। ਬੰਤਾ ਇੱਕ ਹੋਰ ਨਾਵਲ ਦਾ ਮਹੱਤਵਪੂਰਨ ਪਾਤਰ ਹੈ। ਤਾਰੋ ਉਸਦੀ ਪਤਨੀ ਹੈ। ਉਸਦੇ 3 ਬੱਚੇ ਤੇ 2 ਧੀਆਂ ਅਤੇ ਇੱਕ ਮੁੰਡਾ ਹੈ।
ਉਹ ਅੰਮ੍ਰਿਤਸਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਉਸ ਦਾ ਬਾਪ ਗਰੀਬ ਖੇਤ ਮਜ਼ਦੂਰ ਸੀ ਜੋ ਬੰਤੇ ਦੇ ਸਿਰ 'ਤੇ ਕਰਜ਼ਾ ਛੱਡ ਕੇ ਮਰ ਗਿਆ। ਹੁਣ ਇਹਦੇ ਗੁਣ: ਇੱਕ ਕਿਰਤੀ ਆਦਮੀ, ਹੱਕ ਹਲਾਲ ਦੀ ਖਾਣ ਵਾਲਾ, ਆਰਥਿਕ ਤੰਗੀ ਦਾ ਸ਼ਿਕਾਰ, ਦੇਸ਼ ਭਗਤੀ ਦੀ ਭਾਵਨਾ ਰੱਖਣ ਵਾਲਾ, ਮਾਂ ਦਾ ਖਿਆਲ ਰੱਖਣ ਵਾਲਾ, ਬੱਚਿਆਂ ਨਾਲ ਮੋਹ ਕਰਨ ਵਾਲਾ, ਧਾਰਮਿਕ ਬਿਰਤੀ ਵਾਲਾ, ਜ਼ਿੰਮੇਵਾਰ, ਪੜ੍ਹਾਈ ਵਿੱਚ ਰਹਿਣ ਦੇ ਝੋਰੇ ਦਾ ਸ਼ਿਕਾਰ, ਅਣਖੀਲਾ ਆਦਿ। ਅੱਗੇ ਤਾਰੋ ਵੀ ਇੱਕ ਹੋਰ ਨਵਾਂ ਸਾਲ ਨਾਵਲ ਦੀ ਮਹੱਤਵਪੂਰਨ ਪਾਤਰ ਬੰਤੇ ਦੀ ਪਤਨੀ ਹੈ। ਉਸਦੇ ਵੀ ਲਿਖਣਾ ਤੁਸੀਂ ਪੁੱਤਰ ਤੇ 2 ਧੀਆਂ ਸਨ। ਉਹ ਕੱਚੀ ਪੱਕੀ ਪੜ੍ਹੀ ਹੋਈ ਸੀ। ਉਹ ਬੰਤੇ ਦੀ ਮਾਮੀ ਦੀ ਭਤੀਜੀ ਸੀ। ਬਾਪੂ ਦੇ ਮਰਨ ਮਗਰੋਂ ਮਾਂ ਦੇ ਜ਼ੋਰ ਦੇਣ 'ਤੇ ਬੰਤੇ ਦਾ ਤਾਰੋ ਨਾਲ ਵਿਆਹ ਹੋ ਗਿਆ। ਤਾਰੋ ਜਦੋਂ ਵਿਆਹੀ ਸੀ ਤਾਂ ਉਹ ਬਹੁਤ ਸੋਹਣੀ ਸੀ। ਉਸਦੇ ਨੈਣ ਨਕਸ਼ ਬਹੁਤ ਤਿੱਖੇ ਸਨ। ਉਹ ਜ਼ਿੰਮੇਦਾਰ ਗ੍ਰਹਿਸਥਨ ਸੀ, ਮਾਨਸਿਕ ਸਦਮੇ ਦੀ ਸ਼ਿਕਾਰ ਸੀ, ਉਦਾਸ ਰਹਿਣ ਵਾਲੀ, ਚੁੱਪ ਰਹਿਣ ਵਾਲੀ ਤੇ ਸਿੱਖੀ ਭਾਵਨਾ ਵਾਲੀ ਸੀ। ਅੱਗੇ ਦਿਆਲਾ। ਜਾਣ ਪਹਿਚਾਣ। ਦਿਆਲਾ ਇੱਕ ਹੋਰ ਨਵਾਂ ਸਾਲ ਨਾਵਲ ਦਾ ਇੱਕ ਪਾਤਰ ਹੈ। ਉਹ ਬੰਤੇ ਦਾ ਦੋਸਤ ਹੈ। ਉਹ ਵਿਆਹਿਆ ਹੋਇਆ ਸੀ ਪਰ ਉਸਦੀ ਤੀਵੀਂ ਪੇਕੇ ਗਈ ਹੋਈ ਸੀ। ਬੰਤਾ ਤਾਰੋ ਦੇ 2-4 ਧੱਫੇ ਮਾਰਨ ਮਗਰੋਂ ਬੇਚੈਨ ਹੋਇਆ ਘਰੋਂ ਬਾਹਰ ਨਿਕਲ ਕੇ ਉਹਨਾਂ ਦੇ ਘਰ ਚਲਾ ਜਾਂਦਾ ਸੀ। ਉਹਦੇ ਗੁਣ: ਪਾਤਰ ਚਰਿੱਤਰ ਦੇ: ਪਤਨੀ ਨਾਲ ਬੁਰਾ ਸਲੂਕ ਕਰਨ ਵਾਲਾ, ਇਕੱਲਾ ਰਹਿ ਕੇ ਖੁਸ਼ ਸੀ, ਅਸੰਵੇਦਨਸ਼ੀਲ ਸੀ, ਹੱਕਾਂ ਲਈ ਸੰਘਰਸ਼ ਕਰਨ ਦਾ ਚਾਹਵਾਨ ਸੀ, ਇੱਕ ਚੰਗਾ ਦੋਸਤ ਸੀ, ਰੋਮਾਂਟਿਕ ਰੁਚੀਆਂ ਵਾਲਾ ਸੀ। ਇਸ ਤਰ੍ਹਾਂ ਇਹਨਾਂ ਤਿੰਨਾਂ ਪਾਤਰਾਂ ਵਿੱਚੋਂ ਤੁਸੀਂ ਸਿਰਫ ਇੱਕ ਪਾਤਰ ਦਾ ਹੀ ਪਾਤਰ ਚਰਿੱਤਰ ਕਰਨਾ ਹੈ। ਅੱਗੇ 12 ਨੰਬਰ। ਹੇਠ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 40 ਸ਼ਬਦਾਂ ਵਿੱਚ ਲਿਖੋ। ਜਿਹੜੀ ਆਪਾਂ ਪਹਿਲਾਂ ਵਾਰਤਾਲਾਪ ਕੀਤੀ ਸੀ ਉਹ ਆਪਣੀ ਬੇਟਾ ਇਕਾਂਗੀ ਦੀ ਸੀ। ਹੁਣ ਇਹ ਵਾਰਤਾਲਾਪ ਦਾ ਕੁਐਸਚਨ ਪ੍ਰਸੰਗ ਸਹਿਤ ਵਿਆਖਿਆ ਹੈਗੀ ਆ ਨਾਵਲ ਦੀ। ਕਿਵੇਂ ਨਾ ਲੱਭੂ ਡੈਸ਼ ਪੜ੍ਹਨ ਦੇ ਹਾਲੇ ਗੁੱਡੀ ਨੂੰ ਦਿਲ ਲਾ ਕੇ। ਇਹ ਪ੍ਰਸੰਗ, ਇਹ ਸ਼ਬਦ ਨਿਰੰਜਨ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਨੇ ਰਿਕਸ਼ੇ ਵਿੱਚ ਗੁਰੂ ਰਾਮਦਾਸ ਸਰਾਂ ਦੇ ਕੋਲ ਰਾਮਾਨੰਦ ਦੇ ਬਾਗ ਜਾਣ ਲਈ ਬੈਠੇ ਪਤੀ ਪਤਨੀ ਵਿੱਚੋਂ ਪਤੀ ਪਤਨੀ ਨੂੰ ਉਦੋਂ ਕਹਿੰਦਾ ਹੈ ਜਦੋਂ ਉਹ ਆਪਣੀ ਧੀ ਸਵਰਨੀ ਦੇ ਰਿਸ਼ਤੇ ਲਈ ਦੱਸੇ ਗਏ ਪਿਪਲੀ ਨਿਵਾਸੀ ਕਾਲਜ ਪੜ੍ਹਦੇ ਮੁੰਡੇ ਨੂੰ ਰੋਕਣ ਦੀ ਉਸਦੀ ਤਜਵੀਜ਼ ਨਾਲ ਸਹਿਮਤ ਨਹੀਂ ਹੁੰਦਾ ਤੇ ਕਹਿੰਦਾ ਹੈ ਕਿ ਉਹ ਮੁੰਡੇ ਨੂੰ ਉਦੋਂ ਹੀ ਰੋਕਣਗੇ ਜਦੋਂ ਵਿਆਹ ਕਰਨਾ ਹੋਵੇਗਾ, ਪਰੰਤੂ ਉਹ ਸਮਝਦੀ ਹੈ ਕਿ ਉਦੋਂ ਤੱਕ ਰਿਸ਼ਤਾ ਉਹਨਾਂ ਦੇ ਹੱਥੋਂ ਨਿਕਲ ਜਾਵੇਗਾ ਤੇ ਫਿਰ ਜੋ ਯੋਗ ਮੁੰਡਾ ਨਹੀਂ ਲੱਭੇਗਾ। ਵਿਆਖਿਆ: ਪਤੀ ਪਤਨੀ ਦੀ ਗੱਲ ਨੂੰ ਰੱਦ ਕਰਦਿਆਂ ਹੋਇਆ ਕਹਿੰਦਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਯੋਗ ਮੁੰਡਾ ਨਾ ਲੱਭੇ। ਉਸਨੂੰ ਚਾਹੀਦਾ ਹੈ ਕਿ ਉਹ ਇਸ ਸਮੇਂ ਰਿਸ਼ਤੇ ਵੱਲ ਧਿਆਨ ਦੇਣ ਦੀ ਥਾਂ ਕੁੜੀ ਨੂੰ ਮਨ ਲਾ ਕੇ ਪੜ੍ਹਨ ਦੇਵੇ। ਲਾਜੋ ਜੇ ਇਹ ਕੁੜੀ ਪਸੰਦ ਆ ਗਈ ਤਾਂ ਮੈਂ ਮੁੰਦੀ ਪਾ ਦੇਣੀ ਏ ਉਹਨੂੰ। ਇਹ ਸ਼ਬਦ ਨਿਰੰਜਨ ਦੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਦੇ ਰਿਕਸ਼ੇ ਵਿੱਚ ਰਿਸ਼ਤੇ ਦੇ ਸਬੰਧ ਵਿੱਚ ਕੁੜੀ ਵੇਖਣ ਲਈ ਗੁਰੂ ਬਾਜ਼ਾਰ ਜਾ ਰਹੀਆਂ 2 ਔਰਤਾਂ ਵਿੱਚੋਂ ਮੁੰਡੇ ਦੀ ਮਾਂ ਵਿਚੋਲਣ ਲਾਜੋ ਨੂੰ ਕਹਿੰਦੀ ਹੈ। ਵਿਆਖਿਆ: ਮੁੰਡੇ ਦੀ ਮਾਂ ਵਿਚੋਲਣ ਨੂੰ ਕਹਿੰਦੀ ਹੈ ਕਿ ਜੇਕਰ ਕੁੜੀ ਉਸਨੂੰ ਪਸੰਦ ਆ ਗਈ ਤਾਂ ਉਹ ਕੁੜੀ ਨੂੰ ਮੁੰਦੀ ਪਾ ਕੇ ਉਸਨੂੰ ਆਪਣੇ ਮੁੰਡੇ ਲਈ ਰੋਕ ਲਵੇਗੀ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਮੈਂ ਆਸ ਕਰਦੀ ਹਾਂ ਕਿ ਇਹ ਪੇਪਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਚੁੱਕਿਆ ਹੋਵੇਗਾ। ਇਹ ਪੇਪਰ ਸਿਰਫ ਸੈਂਪਲ ਪੇਪਰ ਹੈ, ਸਿਰਫ ਨਮੂਨੇ ਦਾ ਪ੍ਰਸ਼ਨ ਪੱਤਰ, ਜਿਸ ਤਰ੍ਹਾਂ ਦਾ ਕਿ ਪੇਪਰ ਤੁਹਾਨੂੰ ਸਤੰਬਰ ਪੇਪਰ ਦੇ ਵਿੱਚ ਆਉਣਾ ਹੈ। ਪਰ ਇਸ ਵਿੱਚ ਦਿੱਤੇ ਸਾਰੇ ਕੁਐਸਚਨ ਬਹੁਤ ਇੰਪੋਰਟੈਂਟ ਹਨ। ਇਹ ਤੁਹਾਨੂੰ ਪੇਪਰ ਵਿੱਚ ਆ ਸਕਦੇ ਹਨ। ਇਸ ਲਈ ਤੁਹਾਡਾ ਸਕੋਰ 65/65 ਆ ਸਕਦਾ ਹੈ। ਧੰਨਵਾਦ।